ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭਦੀਪ ਸਿੰਘ ਸਿੱਧੂ, ਜਿਸ ਨੂੰ ਅਕਸਰ ਕੇ ਸਿੱਧੂ ਮੂਸੇਵਾਲਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਔਰ ਉਸ ਦੇ ਨਵੇਂ ਆਏ ਗਾਣੇ SYL ਦੇ ਵਿੱਚ ਉਸ ਨੇ ਇੱਕ ਨਵੀਂ ਬਹਿਸ ਨੂੰ, ਇੱਕ ਨਵੇਂ ਮੁਹਾਵਰੇ ਨੂੰ, ਇੱਕ ਨਵੇਂ ਪ੍ਰਸੰਗ ਨੂੰ ਜਨਮ ਦਿੱਤਾ ਹੈ। ਔਰ ਖਾਸ ਕਰਕੇ ਜੇ ਮੈਂ ਕਹਾਂ ਕਿ ਉਸ ਨੇ ਉਹਨਾਂ ਤੰਦਾਂ ਨੂੰ ਛੇੜਿਆ ਜਿਹਦੀ ਕਿਸੇ ਨਾ ਕਿਸੇ ਪੱਖ ਤੋਂ, ਜਾਂ ਮੈਂ ਕਹਿ ਸਕਾਂ ਕਿ ਬਹੁਪੱਖੀ ਦ੍ਰਿਸ਼ਟੀਕੋਣ ਤੋਂ ਵਿਆਖਿਆ ਕਰਨੀ ਜ਼ਰੂਰੀ ਹੋ ਗਈ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਵੀਰ ਉਸ ਦਾ ਤੁਲਨਾਤਮਕ ਅਧਿਐਨ ਕਰਨਗੇ ਕਿ ਇਹਦੇ ਤੋਂ ਪਹਿਲਾਂ ਆਹ ਬੋਲਿਆ ਜਾ ਚੁੱਕਾ ਹੈ। ਬਹੁਤ ਸਾਰੇ ਲੋਕ ਆਲੋਚਨਾਤਮਕ ਅਧਿਐਨ ਵੀ ਕਰਨਗੇ ਕਿ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ, ਜਾਂ ਬਹੁਤ ਸਾਰੇ ਲੋਕ ਜਿਹੜੇ ਨੇ ਵੱਖ-ਵੱਖ ਨਜ਼ਰੀਏ ਤੋਂ ਉਸ ਦਾ ਸਕਾਰਾਤਮਕ ਅਧਿਐਨ ਵੀ ਕਰਨਗੇ। ਔਰ ਜਿੱਥੋਂ ਤੱਕ ਬਤੌਰ ਇੱਕ ਗਾਇਕ ਜੇ ਮੈਂ ਗੱਲ ਕਹਾਂ ਤਾਂ ਮੈਂ ਪਹਿਲਾਂ ਉਸ ਨੂੰ ਬਹੁਤ ਘੱਟ ਸੁਣਿਆ ਸੀ। ਬਸ ਉਸ ਦੇ ਦਰਦਨਾਕ ਅੰਤ ਤੇ ਉਸ ਦੇ ਵਿਛੋੜੇ ਤੋਂ ਪਹਿਲਾਂ ਦੀ ਇੱਕ ਇੰਟਰਵਿਊ ਤੇ ਉਸ ਤੋਂ ਜਾਣ ਤੋਂ ਬਾਅਦ ਇਸ ਗਾਣੇ ਨੂੰ ਜਦੋਂ ਮੈਂ ਸੁਣਿਆ ਤਾਂ ਮੈਂ ਤਾਂ ਕਿ ਮੈਨੂੰ ਇੰਝ ਲੱਗਦਾ ਹੈ ਕਿ ਪੰਥਕ ਸਫਾਂ ਦੇ ਵਿੱਚ ਦੇ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਵਰਗ ਹੈ ਉਹ ਵੀ ਇੱਕ ਦਾਇਰੇ ਦੇ ਵਿੱਚ ਸੋਚਣ ਨੂੰ ਮਜਬੂਰ ਜ਼ਰੂਰ ਹੋਇਆ, ਜਾਂ ਕਹਿ ਸਕਦੇ ਹੋ ਕਿ ਉਸ ਵੱਲੋਂ ਜਿਹੜੀਆਂ ਗੱਲਾਂ ਇਸ ਆਪਣੇ ਨਵੇਂ ਗੀਤ ਦੇ ਵਿੱਚ ਕੀਤੀਆਂ ਗਈਆਂ ਨੇ ਉਸ ਨੇ ਨੌਜਵਾਨੀ ਦਾ ਧਿਆਨ ਜ਼ਰੂਰ ਖਿੱਚਿਆ, ਤੇ ਜਿਹੜੀਆਂ ਤੰਦਾਂ ਨੂੰ ਛੇੜਨ ਦਾ ਉਸ ਨੇ ਯਤਨ ਕੀਤਾ ਉਹ ਤੰਦਾਂ ਕਿਤੇ ਨਾ ਕਿਤੇ ਸਾਡੇ ਪਿਛੋਕੜ ਦੇ ਨਾਲ ਜੁੜੀਆਂ ਹੋਈਆਂ ਨੇ। ਖਾਸ ਕਰਕੇ ਜਦੋਂ ਉਹ ਇੱਕ ਸਟੇਟ ਨੂੰ ਸੰਬੋਧਿਤ ਹੋ ਕੇ ਇਹ ਗੱਲ ਕਰਦਾ ਹੈ ਕਿ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ, ਤਾਂ ਉਹਦੇ ਵਿੱਚ ਬੜੀ ਅਹਿਮ ਗੱਲ ਹੈ ਕਿ ਜਦੋਂ ਉਹ ਪਿਛੋਕੜ ਦੀ ਗੱਲ ਕਰਦਾ ਹੈ ਤੇ ਉਹ ਕੌਮ ਦੇ ਮਾਣੇ ਹੋਏ ਸਟੇਟਹੁੱਡ ਦੀ ਗੱਲ ਕਰਦਾ ਹੈ। ਜਦੋਂ ਉਹ ਲਾਣੇ ਦੀ ਗੱਲ ਕਰਦਾ ਹੈ ਤਾਂ ਸਿੰਧ ਤੋਂ ਲੈ ਕੇ ਗੰਗਾ ਦੇ ਵਿਚਕਾਰ ਜਿਹੜੀ ਸਾਡੀ ਕਹਿ ਸਕਦੇ ਹੋ ਕਿ ਇਸ ਨਾਰਦਰਨ ਰੀਜਨ ਦੀ ਜਾਂ ਇਸ ਉੱਤਰੀ ਖਿੱਤੇ ਦੀ ਜਿਹੜੀ ਇੱਕ ਵੱਖਰੀ ਸੱਭਿਅਤਾ ਸੀ ਉਹਦੀ ਸਾਂਝ ਦੀ ਗੱਲ ਕਰਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਇੱਕ ਲਾਈਨ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਜਿਹੜੀਆਂ ਬਹੁਤ ਸਾਰੇ ਵਿਦਵਾਨ ਕਰਨਗੇ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ 4 ਮਿੰਟਾਂ ਦੇ ਕੇਵਲ ਇੱਕ ਗੀਤ ਦੇ ਵਿੱਚ ਉਸਨੇ ਸਾਰੇ ਮੁੱਦਿਆਂ ਨੂੰ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਉਭਾਰਨ ਦਾ ਯਤਨ ਕੀਤਾ ਹੈ, ਉਹ ਆਪਣੇ ਆਪ ਦੇ ਵਿੱਚ ਮੈਨੂੰ ਉਸ ਦਾ ਇੱਕ ਬਹੁਤ ਨਿਵੇਕਲਾ ਜਿਹੜਾ ਉਹ ਉਪਰਾਲਾ ਲੱਗਿਆ। ਉਸ ਦਾ ਗੀਤ ਬੇਸ਼ੱਕ 2 ਦਿਨ ਪਹਿਲਾਂ ਲੀਕ ਵੀ ਹੋ ਗਿਆ ਤੇ ਕੁਝ ਸਤਰਾਂ ਹੀ ਜਦੋਂ ਮੀਡੀਆ ਦੇ ਵਿੱਚ ਆਈਆਂ ਤਾਂ ਤਕਰੀਬਨ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਮੀਡੀਆ ਦੇ ਵਿੱਚ ਭੁਚਾਲ ਮਚਾ ਦਿੱਤਾ ਸੀ। ਔਰ ਮੈਂ ਹੈਰਾਨ ਸੀ ਕਿ ਗੂਗਲ ਸਰਚ ਦੇ ਉੱਪਰ ਸਭ ਤੋਂ ਵੱਧ ਉਸ ਸਮੇਂ ਜਿਹੜੀ ਖਾਸ ਕਰਕੇ ਪੰਜਾਬ ਦੇ ਰੀਜਨ ਦੇ ਵਿੱਚ ਨੌਜਵਾਨਾਂ ਵੱਲੋਂ ਖੋਜ ਹੋ ਰਹੀ ਸੀ ਉਹ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੇ ਨਾਮ ਦੀ ਤੇ SYL ਦੀ ਪਿਛੋਕੜ ਦੀ ਜਿਹੜੀ ਖੋਜ ਉਹ ਹੋ ਰਹੀ ਸੀ। ਸੋ ਇਸ ਗੱਲ ਨੂੰ ਛੋਟੇ ਰੂਪ 'ਚ ਨਹੀਂ ਵੇਖਿਆ ਜਾ ਸਕਦਾ ਕਿ ਇੱਕ ਗਾਣੇ ਦੀਆਂ 1-2 ਸਤਰਾਂ ਜਿਹੜੀਆਂ ਉਹ ਕਿਸੇ ਤਰ੍ਹਾਂ ਲੀਕ ਹੋਣ ਤੇ ਉਹਦੇ ਤੋਂ ਬਾਅਦ ਸਮੁੱਚੀ ਨੌਜਵਾਨੀ ਦੇ ਵਿੱਚ ਉਸ ਗੀਤ ਨੂੰ ਸੁਣਨ ਦੀ ਜਿਹੜੀ ਹੈ ਉਤਸੁਕਤਾ ਇੰਨੀ ਵੱਧ ਜਾਵੇ ਕਿ ਅੱਜ ਜਦੋਂ ਉਹ ਗਾਣਾ ਓਫੀਸ਼ੀਅਲੀ ਰਿਲੀਜ਼ ਹੋਇਆ ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਲੋਕਾਂ ਨੇ ਉਸ ਨੂੰ ਸੁਣਿਆ ਉਸ ਦੇ ਚਾਹਣ ਵਾਲਿਆਂ ਨੇ, ਤੇ ਜੇ ਮੈਂ ਕਹਿ ਦੇਵਾਂ ਕਿ ਉਸ ਦੇ ਚਾਹਣ ਵਾਲਿਆਂ ਤੋਂ ਲਾਂਭੇ ਜਾ ਕੇ ਇੱਕ ਸੰਜੀਦਾ ਵਰਗ ਨੇ ਜਿਸ ਤਰ੍ਹਾਂ ਦੇ ਨਾਲ ਸੁਣ ਕੇ ਉਸ ਦੇ ਉੱਪਰ ਪ੍ਰਤੀਕਰਮ ਦਿੱਤੇ ਨੇ, ਕਿਤੇ ਨਾ ਕਿਤੇ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਕਾਇਮ ਕਰ ਗਿਆ। ਬੇਸ਼ੱਕ ਕੁਝ ਲੈਫਟਿਸਟ ਆਈਡੀਓਲੋਜੀ ਵਾਲੇ ਜਿਹੜੇ ਖੱਬੇ ਪੱਖੀ ਲੋਕ ਨੇ ਉਹਨਾਂ ਨੇ ਕੱਲ ਤੋਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗੀਤ ਦੀਆਂ ਕੁਝ ਸਤਰਾਂ ਨੂੰ ਸੁਣ ਕੇ ਹੀ ਹੁਣ ਸਿੱਧੂ ਮੂਸੇਵਾਲੇ ਨੂੰ ਖਾਲਿਸਤਾਨੀ ਤੇ ਪੰਥਕ ਬਣਾਉਣ ਵਾਲੇ ਪਾਸੇ ਤੁਰ ਪਏ ਨੇ, ਪਰ ਇਹਦੇ ਵਿੱਚ ਗਲਤ ਵੀ ਕੁਝ ਨਹੀਂ ਸੀ। ਉਹਦਾ ਕਾਰਨ ਸੀ ਕਿ ਇਸ ਗੀਤ ਦੇ ਵਿੱਚ ਜਿਹੜੇ ਉਸ ਨੇ ਮੁੱਦੇ ਉਭਾਰੇ ਨੇ ਉਹਨਾਂ ਸਾਰਿਆਂ ਦਾ ਸੰਬੰਧ ਪੰਥ ਤੇ ਪੰਜਾਬ ਦੇ ਨਾਲ ਹੈ, ਤੇ ਉਭਾਰਿਆ ਗਿਆ ਜਿਹੜਾ ਮੁੱਖ ਮੁੱਦਾ ਜਿਹੜਾ ਉਸ ਦੇ ਗਾਣੇ ਦਾ ਸਿਰਲੇਖ ਵੀ ਹੈ SYL ਸਤਲੁਜ ਜਮਨਾ ਲਿੰਕ ਨਹਿਰ, ਉਹ ਤਾਂ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਨਾਲ ਐਸਾ ਜੁੜਿਆ ਹੋਇਆ ਮੁੱਦਾ ਹੈ ਕਿ ਸਾਡੀ ਜ਼ਰਾਇਤ, ਉਸ ਜ਼ਰਾਇਤ ਦਾ ਆਧਾਰ ਜਿਹੜਾ ਪਾਣੀ, ਔਰ ਇਸ ਸਾਰੇ ਵਰਤਾਰੇ ਦੇ ਵਿੱਚੋਂ ਨਿਕਲਿਆ ਹੋਇਆ ਧਰਮ ਯੁੱਧ ਮੋਰਚਾ ਤੇ ਉਹਦੇ ਤੋਂ ਬਾਅਦ ਇੱਕ ਪੈਦਾ ਹੋਇਆ ਵੱਡਾ ਸੰਘਰਸ਼, ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਦ੍ਰਿਸ਼ਮਾਨ ਕਰਦਾ ਹੈ। ਤੇ ਜਦੋਂ ਉਹ ਸਾਰੇ ਵਰਤਾਰਿਆਂ ਨੂੰ ਸਿੱਖ ਸੰਘਰਸ਼ ਦੇ ਯੋਧਿਆਂ ਦੇ ਨਾਲ ਜੋੜਦਾ ਹੈ, ਜਿੱਥੇ ਜਾ ਕੇ ਸ਼ਹੀਦ ਸਰਦਾਰ ਬਲਵਿੰਦਰ ਸਿੰਘ ਬੱਬਰ ਜਟਾਣਾ ਦੀ ਗੱਲ ਆਉਂਦੀ ਹੈ, ਤਾਂ ਕਿਤੇ ਨਾ ਕਿਤੇ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਜੇਕਰ ਸਤਲੁਜ ਜਮਨਾ ਲਿੰਕ ਨਹਿਰ ਨੂੰ ਰੋਕਣ ਦੇ ਵਿੱਚ ਕਿਸੇ ਨੇ ਅਹਿਮ ਭੂਮਿਕਾ ਨਿਭਾਈ ਹੈ ਤਾਂ ਜਿੱਥੇ
ਸਿੱਖ ਸੰਘਰਸ਼ ਦੇ ਇਹਨਾਂ ਯੋਧਿਆਂ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ, ਉੱਥੇ ਉਸ ਨੇ ਇੱਕ ਪੱਖ ਨੂੰ ਉਭਾਰ ਕੇ ਦੂਜੇ ਪਾਸੇ ਪੰਜਾਬ ਦੀਆਂ ਬਹੁਤ ਸਾਰੀਆਂ ਸਿਆਸੀ ਧਿਰਾਂ, ਚਾਹੇ ਉਹ ਅਕਾਲੀ ਦਲ ਬਾਦਲ, ਚਾਹੇ ਉਹ ਕਾਂਗਰਸ, ਜਾਂ ਹੁਣ ਦੇ ਜਿਹੜੇ ਕਹਿ ਸਕਦੇ ਹੋ ਕਿ ਨਵੇਂ ਬਦਲਾਅ ਆਏ ਨੇ, ਉਹਨਾਂ ਸਾਰਿਆਂ ਦੇ ਉੱਪਰ ਉਸਨੇ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਲਗਾ ਦਿੱਤਾ ਹੈ। ਹਾਂ, ਕੁਝ ਲੈਫਟਿਸਟ ਆਈਡੀਓਲੋਜੀ ਵਾਲੇ ਵੀਰਾਂ ਨੂੰ ਇਸ ਕਰਕੇ ਜ਼ਰੂਰ ਤਕਲੀਫ ਹੋ ਰਹੀ ਹੈ ਕਿਉਂਕਿ ਕਪੂਰੀ ਦੇ ਮੋਰਚੇ ਦੇ ਵਿੱਚ ਕਿਸਾਨ ਯੂਨੀਅਨ ਦੇ ਨਾਮ ਹੇਠ ਇਹ ਤਾਂ ਆਪਣੇ ਲਾਲ ਝੰਡੇ ਸੁੱਟ ਕੇ ਭੱਜ ਚੁੱਕੇ ਸਨ। ਸੋ ਜੇਕਰ SYL ਨੂੰ ਰੋਕਿਆ ਤਾਂ ਉਸ ਰੋਕਣ ਦਾ ਸਿਹਰਾ ਜਿਹੜਾ ਉਹ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੇ ਸਿਰ ਜਾਂਦਾ ਸੀ। ਇਸ ਕਰਕੇ ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਉਸ ਨੇ ਇਸ ਸਾਰੇ ਮੁੱਦੇ ਨੂੰ, ਜਿਹੜਾ ਕਿ ਪੰਜਾਬ ਦੀ ਸਮੱਸਿਆ ਦਾ ਮੂਲ ਹੈ, ਜਿਸ ਤਰ੍ਹਾਂ ਦੇ ਨਾਲ ਤੇ ਜਿੰਨੇ ਥੋੜੇ ਸ਼ਬਦਾਂ ਦੇ ਵਿੱਚ ਉਸਨੇ ਉਭਾਰਨ ਦਾ ਯਤਨ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਤੇ ਜਿਸ ਤਰ੍ਹਾਂ ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਉਸ ਦੇ ਗੀਤ ਦੀ ਇੱਕ ਇੱਕ ਸਤਰ ਦੇ ਉੱਪਰ, ਇੱਕ ਇੱਕ ਲਾਈਨ ਦੇ ਉੱਪਰ ਮੈਨੂੰ ਇੰਜ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੇਖ ਲਿਖਣ ਦੇ ਯਤਨ ਹੋਣਗੇ। ਔਰ ਖਾਸ ਕਰਕੇ ਜਦੋਂ ਉਸਨੇ 26 ਜਨਵਰੀ 21 ਦੀ ਲਾਲ ਕਿਲੇ ਦੇ ਉੱਪਰ ਨਿਸ਼ਾਨ ਸਾਹਿਬ ਨੂੰ ਲਹਿਰਾਉਣ ਦੀ ਘਟਨਾ ਦਾ ਜ਼ਿਕਰ ਕੀਤਾ ਤੇ ਇੱਕ ਗਾਇਕ ਦਾ ਤਖੱਲਸ ਵਰਤ ਕੇ ਉਸ ਨੇ ਜਦੋਂ ਇਹ ਗੱਲ ਕਹੀ ਹੈ ਕਿ ਕੁਝ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਅੜਬ ਕਹਿੰਦੇ ਸੀ ਕਿ ਉਹਨਾਂ ਦਾ ਵੀ ਕਹਿ ਸਕਦੇ ਹੋ ਕਿ ਕਿਰਦਾਰ ਜਿਹੜਾ ਸੀ ਸਾਹਮਣੇ ਆ ਗਿਆ। ਤੇ ਇਹਦੇ ਵਿੱਚ ਕੇਵਲ ਤੇ ਕੇਵਲ ਇੱਕ ਗਾਇਕ ਦੀ ਗੱਲ ਨਹੀਂ ਹੈ, ਇਹਦੇ ਵਿੱਚ ਉਸ ਸਾਰੇ ਹੀ ਵਰਤਾਰੇ ਦੀ ਗੱਲ ਆ ਜਾਂਦੀ ਹੈ ਕਿ ਜਿੰਨੇ ਵੀ ਕਿਸਾਨ ਆਗੂ ਸੀ, ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਿੱਖ ਨੌਜਵਾਨੀ ਨੂੰ ਉਸ ਵੇਲੇ ਮੰਚ ਤੋਂ ਉੱਪਰੋਂ ਭੰਡਿਆ। ਹਾਂ, ਇੰਨਾ ਜ਼ਰੂਰ ਹੈ ਕਿ ਜਦੋਂ ਇਸ ਸਾਰੇ ਵਰਤਾਰੇ ਦੇ ਵਿੱਚ ਅੜਬ ਪੰਜਾਬੀ ਸ਼ਬਦ ਦੀ ਵਰਤੋਂ ਕਰਕੇ ਗੱਲ ਬੱਬੂ ਮਾਨ ਤੇ ਆਉਂਦੀ ਹੈ ਤਾਂ ਇਹ ਗੱਲ ਸੋਚਣ ਵਾਲੀ ਇਸ ਕਰਕੇ ਹੈ ਕਿ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬੱਬੂ ਮਾਨ ਨੂੰ, ਜਿਸ ਤਰ੍ਹਾਂ ਕਿ ਕਿਸੇ ਸਮੇਂ ਜਦੋਂ ਉਸਨੇ ਕੁਝ ਗੀਤ ਇਵੇਂ ਦੇ ਬੋਲੇ ਸੀ ਜਿਹਦੇ ਵਿੱਚ ਡੇਰੇਦਾਰਾਂ ਦੇ ਜਿਹੜੇ ਪਖੰਡ ਸੀ ਉਹਨਾਂ ਨੂੰ ਉਧੇੜਿਆ ਸੀ, ਉਹਦੇ ਤੋਂ ਬਾਅਦ ਉਸਨੇ ਜੇਲ੍ਹ ਤੋੜਨ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਸਤਿ ਸ੍ਰੀ ਅਕਾਲ ਦੇ ਵਿੱਚ ਉਸਨੇ ਕੌਮ ਦੇ ਜੁਝਾਰੂ ਅੰਸ਼ ਨੂੰ ਉਭਾਰਨ ਦਾ ਯਤਨ ਕੀਤਾ ਸੀ। ਸੋ ਇਹਨਾਂ ਸਾਰੇ ਗੀਤਾਂ ਦੇ ਵਿੱਚ ਉਸਨੇ, ਬੱਬੂ ਮਾਨ ਨੇ ਆਪਣੀ ਇੱਕ ਦਿੱਖ ਇਸ ਤਰ੍ਹਾਂ ਦੀ ਬਣਾਈ ਹੋਈ ਸੀ ਕਿ ਪੰਜਾਬ ਦਾ ਨੌਜਵਾਨ ਕਿਤੇ ਨਾ ਕਿਤੇ ਉਸ ਨੂੰ ਪੰਥਕ ਮੁੱਦਿਆਂ ਦੇ ਨੁਮਾਇੰਦਾ ਗਾਇਕ ਦੇ ਤੌਰ ਦੇ ਉੱਪਰ ਵੇਖਦਾ ਸੀ। ਪਰ ਜਦੋਂ ਉਸ ਦੇ ਵੱਲੋਂ ਇਸ ਤਰ੍ਹਾਂ ਦੀ 26 ਜਨਵਰੀ ਨੂੰ ਨਿਸ਼ਾਨ ਸਾਹਿਬ ਲਹਿਰਾਉਣ ਦੀ ਘਟਨਾ ਤੋਂ ਬਾਅਦ ਉਹਦੀ ਸ਼ਬਦਾਵਲੀ ਸਾਹਮਣੇ ਆਈ ਤਾਂ ਉਹ ਲੋਕ ਜਿਹੜੇ ਉਸ ਨੂੰ ਪੰਥਕ ਦਾਇਰੇ ਦੀ ਗਾਇਕੀ ਦੇ ਵਿੱਚ ਰੱਖ ਕੇ ਵੇਖਦੇ ਸਨ, ਉਹਨਾਂ ਦੇ ਜਿਹੜੇ ਮਨ ਸੀ ਜ਼ਰੂਰ ਟੁੱਟੇ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਕਿ ਜਦੋਂ ਦੀਪ ਸਿੱਧੂ ਦੀ ਜ਼ਮਾਨਤ ਹੋਈ ਤਾਂ ਮੈਂ ਤੇ ਸੰਦੀਪ ਸਿੰਘ ਸਿੱਧੂ, ਜਿਸ ਨੂੰ ਅਸੀਂ ਦੀਪ ਸਿੱਧੂ ਦੇ ਨਾਮ ਦੇ ਨਾਲ ਜਾਣਦੇ ਹਾਂ, ਤੇ ਸਰਦਾਰ ਅਜਮੇਰ ਸਿੰਘ, ਅਸੀਂ ਇੱਕ ਜਗ੍ਹਾ ਦੇ ਉੱਪਰ ਬੈਠੇ ਹੋਏ ਸੀ ਤਾਂ ਦੀਪ ਵੀ ਬਾਰ-ਬਾਰ ਇਹ ਗੱਲ ਕਹਿ ਰਿਹਾ ਸੀ, ਕਹਿੰਦਾ ਸੀ ਕਿ ਹੋਰ ਕੋਈ ਸੌਫਟ ਜੇ ਪੱਖ ਦਾ ਜਿਹੜਾ ਗਾਇਕ ਹੁੰਦਾ ਨਾ, ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਨ ਦਾ ਤਾਂ ਸ਼ਾਇਦ ਮੈਨੂੰ ਕੋਈ ਇਤਰਾਜ਼ ਨਾ ਹੁੰਦਾ, ਪਰ ਕਹਿੰਦਾ ਕਿ ਬੱਬੂ ਮਾਨ ਸਾਹਿਬ ਦੇ ਉੱਪਰ, ਇਹ ਉਹਦੀ ਸ਼ਬਦਾਵਲੀ ਆ, ਕਿ ਬੱਬੂ ਮਾਨ ਸਾਹਿਬ ਦੇ ਉੱਪਰ ਤਾਂ ਮੈਨੂੰ ਬਿਲਕੁਲ ਆਸ ਨਹੀਂ ਸੀ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਕਰਨਗੇ। ਸੋ ਕਿਤੇ ਨਾ ਕਿਤੇ ਜੇ ਉਹ ਗਾਇਕ ਦੇ ਤੌਰ ਤੇ ਨਿਸ਼ਾਨਾ ਬਣੇ ਤੇ ਉਹਦਾ ਕਾਰਨ ਇਹ ਹੈ ਕਿ ਬੇਸ਼ੱਕ ਉਸ ਵਰਤਾਰੇ ਦੇ ਵਿੱਚ ਉਹ ਸਾਰੇ ਲੋਕ ਆ ਜਾਂਦੇ ਨੇ ਜਿਹੜੇ ਲੋਕਾਂ ਨੇ ਨਿਸ਼ਾਨ ਸਾਹਿਬ ਚਲਾਉਣ ਦੇ ਖਿਲਾਫ ਬਹੁਤ ਹੀ ਭੱਦੀਆਂ ਜਿਹੜੀਆਂ ਸੀ ਟਿੱਪਣੀਆਂ ਕੀਤੀਆਂ, ਪਰ ਬੱਬੂ ਮਾਨ ਨੂੰ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਇੱਕ ਕਹਿ ਸਕਦੇ ਹੋ ਕਿ ਅਣਖੀਲੇ ਗਾਇਕ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਸੀ ਤੇ ਉਹਦੇ ਵੱਲੋਂ ਇਹ ਜਿਹੜੀ ਟਿੱਪਣੀ ਸੀ ਉਹਦੇ ਨਾਲ ਕਿਤੇ ਨਾ ਕਿਤੇ ਉਹਦੇ ਜਿਹੜਾ ਫੈਨ ਫਾਲੋਅਰ ਵਰਗ ਸੀਗਾ ਉਹਦਾ ਵੀ, ਤੇ ਖਾਸ ਕਰਕੇ ਸਾਡੇ ਵਰਗੇ ਲੋਕ ਜਿਹੜੇ ਕਿਤੇ ਨਾ ਕਿਤੇ ਸਮਝਦੇ ਸੀਗੇ ਕਿ ਕਿਤੇ ਨਾ ਕਿਤੇ ਪੰਜਾਬ ਦੀ ਗੱਲ ਜਦੋਂ ਉਹ ਕਰਦਾ ਹੈ ਕਿ ਭਗਤ ਸਿੰਘ ਆ ਗਿਆ, ਸਰਾਭਾ ਕਿੱਥੇ ਰਹਿ ਗਿਆ, ਤਾਂ ਸਾਨੂੰ ਸਾਰਿਆਂ ਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਕਿਤੇ ਨਾ ਕਿਤੇ ਪੰਜਾਬ ਦੇ ਬਹੁਤ ਸਾਰੇ ਵਰਤਾਰਿਆਂ ਨੂੰ ਬੜੀ ਸੰਜੀਦਗੀ ਦੇ ਨਾਲ ਇਹ ਬਿਆਨ ਕਰਨ ਦੀ ਜਿਹੜੀ ਸਮਰੱਥਾ ਰੱਖਦਾ ਹੈ। ਪਰ ਉਸ ਵੱਲੋਂ ਇਸ ਤਰ੍ਹਾਂ ਦਾ ਜਦੋਂ ਬਿਆਨਬਾਜ਼ੀ ਹੋਈ ਤਾਂ ਕਿਤੇ ਨਾ ਕਿਤੇ ਸਾਰੇ ਪੰਥਕ ਧਿਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦੇ ਹਿਰਦਿਆਂ ਨੂੰ ਜ਼ਰੂਰ ਠੇਸ ਪਹੁੰਚੀ ਸੀ। ਸੋ ਇਹ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 26 ਜਨਵਰੀ ਦੇ ਇਸ ਵਰਤਾਰੇ ਨੇ ਬਹੁਤ ਸਾਰੇ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਕਹਿੰਦੇ ਸੀ ਉਹਨਾਂ ਦਾ ਵੀ ਪਾਜ ਉਘੇੜ ਕੇ ਰੱਖ ਦਿੱਤਾ। ਪਰ ਮੈਂ ਵੀ ਉੱਥੋਂ ਇੱਕ ਗੱਲ ਸਿੱਖੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਹਾਅ ਦੇ ਨਾਲ ਤੁਰ ਪੈਂਦੇ ਨੇ। ਤੇ ਮੈਨੂੰ ਯਾਦ ਹੈ ਕਿ ਜਦੋਂ ਇਹ 26 ਜਨਵਰੀ ਦਾ ਘਟਨਾਕ੍ਰਮ ਵਾਪਰਿਆ ਤਾਂ ਮੈਂ ਤਾਂ ਖਾਸ ਕਰਕੇ ਉੱਥੇ ਹੀ ਰਿਹਾ, ਦਿੱਲੀ ਰਿਹਾ, ਜਦੋਂ ਤੱਕ ਦੀਪ ਸਿੱਧੂ ਦੀ ਜ਼ਮਾਨਤ ਨਹੀਂ ਹੋਈ ਮੈਂ ਉੱਥੋਂ ਨਹੀਂ ਆਇਆ। ਪਰ ਮੈਨੂੰ ਇੰਝ ਲੱਗਦਾ ਕਿ ਉਸ ਸਾਰੇ ਉਲਟ ਵਗਰੇ ਵਹਾਅ ਦੇ ਵਿੱਚ ਵੀ ਵਾਹਿਗੁਰੂ ਦੀ ਓਟ ਹੀ ਤੁਹਾਨੂੰ ਸ਼ਕਤੀ ਦਿੰਦੀ ਹੈ ਕਿ ਤੁਸੀਂ ਉੱਥੇ ਜਿਹੜਾ ਉਹ ਰਹਿ ਸਕਦੇ ਹੋ। ਬਾਅਦ ਦੇ ਵਿੱਚ ਬੇਸ਼ੱਕ ਬਹੁਤ ਸਾਰੇ ਵੀਰ ਜਿਹੜੇ ਸੀਗੇ ਦੀਪ ਸਿੱਧੂ ਦੀ ਹਮਾਇਤ ਦੇ ਉੱਪਰ ਆ ਗਏ, ਪਰ ਉਸ ਸਮੇਂ ਬਤੌਰ ਲੇਖਕ ਮੈਂ ਤੇ ਸਰਦਾਰ ਅਜਮੇਰ ਸਿੰਘ ਸੀ ਜਿਨ੍ਹਾਂ ਨੇ ਕਿਤੇ ਨਾ ਕਿਤੇ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸੇ ਤਰ੍ਹਾਂ ਜਦੋਂ ਹੁਣ ਸ਼ੁਭਦੀਪ ਸਿੰਘ ਸਿੱਧੂ ਨੇ ਜਦੋਂ
ਪੰਜਾਬ ਦੇ ਪਿਛੋਕੜ ਤੇ ਲਾਣੇ ਦੀ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨੇ ਇਹ ਸ਼ਬਦ ਵਰਤੇ ਨੇ ਕਿ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਜਿਹੜੇ ਨੇ ਉਹ ਸਾਨੂੰ ਦੇ ਦਿਓ। ਤਾਂ ਇਹਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈ। ਮੈਂ ਆਰੰਭ ਦੇ ਵਿੱਚ ਕਿਹਾ ਸੀ ਬੇਸ਼ੱਕ ਇਹ ਬੋਲ ਜਿਹੜੇ ਨੇ ਉਹ ਬੜੀ ਦਲੇਰੀ ਦੇ ਨਾਲ ਬੋਲੇ ਜਾ ਸਕਦੇ ਨੇ, ਪਰ ਇਹਦੇ ਵਿੱਚ ਉਸ ਦੀ ਜਿਹੜੀ ਸੰਜੀਦਗੀ ਹੈ ਉਸ ਨੂੰ ਵੀ ਸਮਝਣਾ ਪਵੇਗਾ ਕਿ ਉਹਦੀ ਇੱਕ ਇੱਕ ਸਤਰ ਦੇ ਵਿੱਚ ਇੱਕ ਪਿਛੋਕੜ ਪਿਆ ਹੈ। ਹੁਣ ਜੇਕਰ ਅਸੀਂ ਪਾਣੀਆਂ ਦੇ ਵੰਡ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਉੱਪਰ ਪਹਿਲਾ ਡਾਕਾ ਪਿਆ ਸੀ ਉਸ ਵੇਲੇ ਤਾਂ ਪੰਜਾਬ ਵੀ ਸਾਂਝਾ ਸੀ, ਔਰ ਉਸ ਤੋਂ ਬਾਅਦ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਬਣਾ ਕੇ ਕੇਂਦਰ ਨੇ ਜਿਹੜੇ ਸਾਰੇ ਅਧਿਕਾਰ ਸੀ ਆਪਣੇ ਕੋਲ ਲੈ ਲਏ, ਤਾਂ ਉਸ ਵੇਲੇ ਸੂਬਿਆਂ ਦੇ ਕੋਲ ਪਾਣੀ ਦੀ ਵੰਡ ਤੇ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਜਿਹੜਾ ਅਧਿਕਾਰ ਸੀ ਉਹ ਵੀ ਨਹੀਂ ਰਹਿ ਗਿਆ। ਜਿਸ ਤਰ੍ਹਾਂ ਕਿ ਪਿੱਛੇ ਜਿਹੀ ਕਿ BBMB ਦੇ ਵਿੱਚੋਂ ਜਿਹੜੀ ਨੁਮਾਇੰਦਗੀ ਪੰਜਾਬ ਦੀ ਜਿਹੜੀ ਆ ਉਹ ਖਤਮ ਕੀਤੀ ਗਈ ਹੈ। ਤਾਂ ਜਿਹੜੀ ਉਸਨੇ ਗੱਲ ਕੀਤੀ ਹੈ ਕਿ ਸਾਡਾ ਪਿਛੋਕੜ, ਉੱਥੇ ਸਟੇਟਹੁੱਡ ਦੀ ਗੱਲ ਆਉਂਦੀ, ਜਦੋਂ ਲਾਣੇ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਹਿਮਾਚਲ, ਹਰਿਆਣਾ ਤੇ ਪੰਜਾਬ ਦੇ ਲੋਕਾਂ ਦੀ ਸਾਂਝ ਦੀ ਗੱਲ ਆਉਂਦੀ ਹੈ, ਜਿਹੜੀ ਕਹਿ ਸਕਦੇ ਹੋ ਕਿ ਸਿੰਧ ਤੋਂ ਲੈ ਕੇ ਗੰਗਾ ਤੱਕ। ਜੇ ਤੁਸੀਂ ਇਸ ਨੂੰ ਹੋਰ ਵਿਸਥਾਰ ਦੇ ਨਾਲ ਵੇਖਣਾ ਹੋਵੇ ਤਾਂ 18ਵੀਂ ਸਦੀ ਦੇ ਵਿੱਚ ਮਿਸਲਾਂ ਦੇ ਜਿਹੜਾ ਕਬਜ਼ਿਆਂ ਦਾ ਖੇਤਰ ਹੈ ਉਹਨੂੰ ਵੀ ਤੁਸੀਂ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਂਝਾ ਸੀ ਤੇ ਕਿਸ ਤਰ੍ਹਾਂ ਇਸ ਸਾਰੇ ਖਿੱਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਣ ਵਾਲੇ ਜਿਹੜੇ ਸੀਗੇ ਉਹ ਲੋਕਾਂ ਦੀ ਵਸੋਂ ਸੀ। ਸੋ ਇਸ ਸਾਰੇ ਵਰਤਾਰੇ ਦੇ ਵਿੱਚ ਜਿੱਥੇ ਇੱਕ ਸੱਭਿਅਤਾ, ਇੱਕ ਨਸਲ, ਇੱਕ ਕੌਮੀਅਤ, ਇੱਕ ਖਿੱਤੇ ਦੀ ਗੱਲ ਆਉਂਦੀ ਹੈ, ਉੱਥੇ ਨਾਲ ਇਹ ਵੀ ਗੱਲ ਕੇ ਆਉਂਦੀ ਹੈ ਕਿ ਜੇਕਰ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਅਧਿਕਾਰ ਰਾਜਾਂ ਦੇ ਕੋਲ ਹੋਵੇ ਤਾਂ ਕੇਂਦਰ ਦੀ ਵਿੱਚ ਕੋਈ ਦਖਲ ਅੰਦਾਜ਼ੀ ਨਾ ਹੋਵੇ ਤਾਂ ਦੋ ਰਾਜ ਭਰਾ ਬਣ ਕੇ ਵੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਨੇ। ਇਸੇ ਤਰ੍ਹਾਂ ਦੇ ਨਾਲ ਜਦੋਂ ਜੇ ਕਹਿ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਵੰਡ ਹੈ ਉਹਦਾ ਅਧਿਕਾਰ ਕੇਂਦਰ ਦੇ ਕੋਲ ਨਾ ਹੋਵੇ ਤਾਂ ਜਮਨਾ ਦਾ ਰਿਪੇਰੀਅਨ ਸਟੇਟ ਹਰਿਆਣਾ ਹੈ। ਔਰ ਕਿਸਾਨ ਸੰਘਰਸ਼ ਦੇ ਵਿੱਚ ਮੈਂ ਇੱਕ ਗੱਲ ਵੇਖਣ ਨੂੰ ਮਿਲੀ ਕਿ ਜਿਹੜੇ ਹਰਿਆਣੇ ਦੇ ਬਹੁਤ ਸਾਰੇ ਨੌਜਵਾਨ ਸੀ ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਸਮਝ ਆ ਗਈ ਕਿ ਜਦੋਂ ਕੇਂਦਰ ਸੱਤਾ ਦੇ ਵਿੱਚ ਹੁੰਦਾ ਹੈ ਤੇ ਕੇਂਦਰ ਦੀ ਸੱਤਾਵਾਦੀ ਧਿਰ ਹੀ ਸਟੇਟ ਦੇ ਵਿੱਚ ਰਾਜ ਕਰ ਰਹੀ ਹੁੰਦੀ ਹੈ, ਉਹ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ, ਉਹਦਾ ਨਿਸ਼ਾਨਾ ਹਮੇਸ਼ਾ ਇਹੀ ਹੁੰਦਾ ਹੈ ਕਿ ਸੂਬਿਆਂ ਦੇ ਆਪਸੀ ਤਕਰਾਰ ਨੂੰ ਵੱਧ ਤੋਂ ਵੱਧ ਵਧਾਇਆ ਜਾਵੇ ਤੇ ਇਹਦੇ ਤੋਂ ਫਾਇਦਾ ਲਿਆ ਜਾ ਸਕੇ। ਸੋ ਜਿਹੜੀ ਗੱਲ ਉਸ ਨੇ ਉਭਾਰਨ ਦਾ ਯਤਨ ਕੀਤਾ ਕਿ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ, ਸਾਡਾ ਚੰਡੀਗੜ੍ਹ, ਸਾਡਾ ਹਿਮਾਚਲ, ਸਾਡਾ ਹਰਿਆਣਾ, ਸੋ ਉਹਦੇ ਵਿੱਚੋਂ ਜਿਹੜੀ ਸਮੂਹਿਕਤਾ ਦੇ ਰੂਪ ਚ ਵੇਖਣ ਵਾਲੀ ਗੱਲ ਹੈ ਉਹਦੇ ਚ ਇਹ ਹੈ ਕਿ ਜੇਕਰ ਇਹਨਾਂ ਸਾਰੀਆਂ ਕੁਦਰਤੀ ਸਰੋਤਾਂ ਦੇ ਵੰਡਾਂ ਦੇ ਅਧਿਕਾਰ ਜਿਹੜੇ ਨੇ ਜੇਕਰ ਸਟੇਟਾਂ ਦੇ ਕੋਲ ਹੋਣਗੇ ਤਾਂ ਕਿਤੇ ਨਾ ਕਿਤੇ ਜਿਹੜਾ ਵਾ ਬੇਸ਼ੱਕ ਐਡਮਿਨਿਸਟ੍ਰੇਸ਼ਨ ਵੱਖ-ਵੱਖ ਹੋ ਸਕਦੀ ਹੈ, ਪਰ ਸੂਬੇ ਜਿਹੜੇ ਨੇ ਆਪਣੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਜ਼ਰੂਰ ਰੱਖਦੇ ਨੇ। ਤੇ ਇਹ ਜਿਹੜੀਆਂ ਖਿੱਤਾ ਆਧਾਰਿਤ ਰਾਜਨੀਤਿਕ ਧਿਰਾਂ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਇੱਕ ਖਿੱਤੇ ਦੀ ਪਾਰਟੀ ਦੀ ਲੋੜ ਹੈ, ਉਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜੇਕਰ ਇੱਕ ਸੰਜੀਦਾ ਖਿੱਤੇ ਦੀ ਜਿਹੜੀ ਹੈ ਰਾਜਨੀਤਿਕ ਧਿਰ ਹੋਵੇ ਤਾਂ ਇਹ ਮਸਲੇ ਜਿਹੜੇ ਨੇ ਕੋਈ ਇੰਨੇ ਔਖੇ ਨਹੀਂ ਹੈ ਜਿਹੜੇ ਹੱਲ ਨਾ ਹੋ ਸਕਣ। ਇਸ ਗਾਣੇ ਦੇ ਵਿੱਚ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਸਨੇ ਚੁੱਕਿਆ, ਇਹ ਆਪਣੇ ਆਪ ਦੇ ਵਿੱਚ ਇਸ ਵਕਤ ਦਾ ਬੜਾ ਹੀ ਅਹਿਮ ਮਸਲਾ ਸੀ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਲਤੀਆਂ ਕਰਕੇ ਜਾਂ ਕਹਿ ਸਕਦੇ ਹੋ ਕਿ ਪੰਥ ਨੂੰ ਆਪਣੇ ਨਾਲੋਂ ਵਿਸਾਰਨ ਕਰਕੇ, ਜਿਸ ਤਰ੍ਹਾਂ ਅਕਾਲੀ ਦਲ ਬਾਦਲ ਸਿਆਸੀ ਤੌਰ ਤੇ ਬਿਲਕੁਲ ਹਾਸ਼ੀਏ ਦੇ ਉੱਪਰ ਜਾ ਚੁੱਕਾ ਸੀ ਤੇ ਉਸ ਵੱਲੋਂ ਆਪਣਾ ਖੁੱਸਿਆ ਹੋਇਆ ਧਰਾਤਲ, ਸਿਆਸੀ ਧਰਾਤਲ ਜਿਸ ਨੂੰ ਕਹਿ ਸਕਦੇ ਹਾਂ, ਉਸ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਸ ਤਰ੍ਹਾਂ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ ਸਿਆਸਤ ਖੇਡਣ ਦਾ ਯਤਨ ਕੀਤਾ ਗਿਆ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹ ਸਾਹਮਣੇ ਆਈਆਂ ਕਿ ਸੰਗਰੂਰ ਦੀ ਇਸ ਜਿਮਨੀ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਉਮੀਦਵਾਰਾਂ ਦੇ ਸਾਹਮਣੇ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਦਿੱਤਾ ਗਿਆ, ਉਹਦੇ ਵਿੱਚ ਪਹੁੰਚ ਤਾਂ ਇਹ ਬਣਦੀ ਸੀ ਕਿ ਜੇਕਰ ਸੱਚਮੁੱਚ ਹੀ ਇਹਨਾਂ ਨੂੰ ਪੰਜਾਬ ਦੇ ਪ੍ਰਤੀ ਕੋਈ ਵਫਾਦਾਰੀ ਹੁੰਦੀ ਤਾਂ ਇਹ ਵੇਖਦੇ ਕਿ ਉਸ ਖੇਤਰ ਦੇ ਵਿੱਚ ਪਹਿਲਾਂ ਪੰਥਕ ਦਾ ਕਿਹੜਾ ਨੁਮਾਇੰਦਾ ਜਿਹੜਾ ਉਹ ਕਾਰਜਸ਼ੀਲ ਹੈ। ਸੋ ਉਸ ਕਾਰਜਸ਼ੀਲ ਨੁਮਾਇੰਦੇ ਦੀ ਵੋਟ ਨੂੰ ਵੰਡਣ ਦੇ ਵਾਸਤੇ ਅਕਾਲੀ ਦਲ ਦੇ ਵੱਲੋਂ ਆਪਣਾ ਨੁਮਾਇੰਦਾ ਦੇ ਕੇ ਖਾਸ ਕਰਕੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਜਿਸ ਤਰ੍ਹਾਂ ਦੀ ਬੱਜਰ ਗਲਤੀ ਕੀਤੀ ਗਈ ਹੈ, ਉਸ ਸਮੇਂ ਇਸ ਦੀ ਅਹਿਮੀਅਤ ਇਹ ਸੀਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜੇਕਰ ਚੁੱਕਣਾ ਹੀ ਸੀ ਤਾਂ ਉਹਦੇ ਵਿੱਚ ਇੱਕ ਵੱਡੀ ਧਿਰ ਨੂੰ ਇੱਕ ਬਹੁਤ ਵੱਡਾ ਤਿਆਗ ਕਰਨ ਦੀ ਲੋੜ ਸੀ, ਇਸ ਕਰਕੇ ਕਿਉਂਕਿ ਉਹਨਾਂ ਨੇ ਪਹਿਲਾਂ ਇਸ ਮੁੱਦੇ ਨੂੰ ਵਸਾਰਿਆ ਹੋਇਆ ਸੀ ਤੇ ਜਿਹੜੇ ਪਹਿਲਾਂ ਹੀ ਇਹਨਾਂ ਮੁੱਦਿਆਂ ਦੇ ਨਾਲ ਜੁੜੇ ਹੋਏ ਸੀ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮੁੱਦਾ ਸੀ ਜਾਂ ਫਿਰ ਅਨੰਦਪੁਰ ਸਾਹਿਬ ਦਾ ਮਤਾ ਜਾਂ ਅੰਮ੍ਰਿਤਸਰ ਐਲਾਨਨਾਮਾ, ਜੇਕਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਇੱਕ ਕਹਿ ਸਕਦੇ ਹੋ ਕਿ ਇੱਕ ਪ੍ਰਕਰਣ ਦੇ ਵਿੱਚ ਰੱਖ ਕੇ ਸੋਚਣ ਦਾ ਯਤਨ ਕਰੀਏ ਤਾਂ ਉੱਥੇ ਅਕਾਲੀ ਦਲ ਦੀ ਇੱਕ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਗਲਤੀ ਸੀ। ਸੋ ਇਹਦੇ ਵਿੱਚ ਇੱਕ ਗੱਲ ਹੋਰ ਵੀ ਬੜੀ ਅਹਿਮ ਵੇਖਣ ਨੂੰ ਸਾਹਮਣੇ ਆਈ
ਕਿ ਕੁਝ ਪੰਥਕ ਧਿਰਾਂ ਦਾ ਵਿਚਾਰ ਜਿਹੜੇ ਬਹੁਤ ਸਾਰਾ ਮੈਂ ਕਮੈਂਟਸ ਦੇ ਵਿੱਚ ਵੇਖਿਆ ਕਿ ਹੁਣ ਜਿਹੜੇ ਗਾਇਕ ਨੇ ਜਾਂ ਜਿਹੜੇ ਕੋਨੇ ਮੋਨੇ ਲੋਕ ਨੇ ਉਹ ਪੰਥ ਦੀ ਨੁਮਾਇੰਦਗੀ ਕਰਨਗੇ। ਇਹ ਗੱਲ ਐਵੇਂ ਨਹੀਂ ਹੁੰਦੀ। ਦਰਅਸਲ ਇੰਜ ਹੁੰਦਾ ਹੈ ਕਿ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇਹਦੇ ਵਿੱਚ ਕਿਸ ਦੀ ਗੱਲ ਕਿੰਨੀ ਦੂਰ ਤੱਕ ਪਹੁੰਚਦੀ ਹੈ ਤੇ ਕਿੰਨੇ ਲੋਕਾਂ ਤੱਕ ਪਹੁੰਚਦੀ ਹੈ, ਇਸ ਨੂੰ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ। ਵੇਖੋ, ਜੇਕਰ ਅੱਜ ਸ਼ਹੀਦ ਸਰਦਾਰ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਸਿੱਧੂ ਮੂਸੇਵਾਲੇ ਦੇ ਗੀਤ ਦੇ ਵਿੱਚ ਆਇਆ ਤੇ ਨੌਜਵਾਨਾਂ ਦੇ ਅੰਦਰ ਜਾਗਣ ਦੀ ਜਿਹੜੀ ਚੇਸ਼ਟਾ ਉਹ ਪੈਦਾ ਹੋਈ ਹੈ। ਨਹੀਂ ਤੇ ਇਹਦੇ ਤੋਂ ਪਹਿਲਾਂ ਜੇਕਰ ਤੁਸੀਂ ਸਰਦਾਰ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਪੰਜਾਬ ਦੇ ਉੱਪਰ ਹਿੰਦੁਸਤਾਨੀ ਅੱਤਵਾਦ ਉਸ ਨੂੰ ਪੜ੍ਹਨ ਦਾ ਯਤਨ ਕਰੋ ਤੇ ਮੇਰੇ ਖਿਆਲ ਦੇ ਨਾਲ ਉਹ ਸਭ ਤੋਂ ਪਹਿਲੇ ਲੇਖਕ ਸੀ ਜਿਨ੍ਹਾਂ ਨੇ ਇਸ ਮੁੱਦੇ ਨੂੰ 2003 ਦੇ ਵਿੱਚ ਉਭਾਰਿਆ ਸੀ, ਜਦੋਂ ਬਹੁਤ ਸਾਰੇ ਲੇਖਕ ਜਿਹੜੇ ਸੀ ਉਹ ਐਵੇਂ ਦੀ ਕਹਿ ਸਕਦੇ ਹੋ ਕਿ ਲਿਖਤ ਤੋਂ ਕਿਨਾਰਾਕਸ਼ੀ ਕਰ ਚੁੱਕੇ ਸਨ। ਉਸ ਤੋਂ ਬਾਅਦ ਅੱਤ ਦਾ ਅੰਤ ਜਿਹੜੀ ਪੂਲੇ ਦੇ ਉੱਪਰ ਕਿਤਾਬ ਲਿਖੀ ਗਈ ਸੀ ਮੇਰੇ ਵੱਲੋਂ, ਉਹਦੇ ਵਿੱਚ ਮੈਂ ਬਕਾਇਦਾ ਤੌਰ ਤੇ ਸਾਰੇ ਘਟਨਾਕ੍ਰਮ ਦਾ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਜਦੋਂ ਸਮੇਤ ਸੈਣੀ ਦੇ ਉੱਪਰ ਹਮਲਾ ਹੋਇਆ ਤਾਂ ਉਹ ਜਿਸ ਵੇਲੇ ਹਸਪਤਾਲ ਦੇ ਵਿੱਚ PGI ਦੇ ਵਿੱਚ ਦਾਖਲ ਸੀ ਤੇ ਉਸ ਨੇ ਆਪਣੇ ਜੁੰਡੀ ਦੇ ਯਾਰ ਅਜੀਤ ਪੂਲੇ ਦੇ ਰਾਹੀਂ ਜਿਹੜਾ ਸੀਗਾ ਉਹ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦਾ ਜਿਹੜਾ ਸੀਗਾ ਉਹ ਦਰਦਨਾਕ ਜਿਹੜਾ ਕਹਿ ਸਕਦੇ ਜਾਂ ਵਹਿਸ਼ੀ ਢੰਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਅੰਤ ਕੀਤਾ। ਸੋ ਪਹਿਲੀ ਗੱਲ ਤਾਂ ਇਹ ਕਿ ਜੇਕਰ ਉਸ ਕਿਤਾਬਾਂ ਦੀ ਅਪਰੋਚ ਜਿਹੜੀ ਸੀ ਤਾਂ ਉਹ ਕੁਝ ਲੋਕਾਂ ਤੱਕ ਸੀ। ਮੈਨੂੰ ਪਤਾ ਹੈ ਕਿਤਾਬ 1000 2000 ਵੱਧ ਤੋਂ ਵੱਧ ਕੋਈ 20000 ਤੋਂ ਬਹੁਤ ਜ਼ਿਆਦਾ ਵਿਕ ਜਾਂਦੀ ਹੈ, ਤਾਂ ਇੰਨੀ ਕਿ ਕਿਤਾਬ ਜਿਹੜੀ ਵਿਕਦੀ ਹੈ। ਪਰ ਜਿਹੜੀ ਹੁਣ ਇੱਕਦਮ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਚੇਤਨਤਾ ਆਈ ਹੈ, ਉਹਦੇ ਵਿੱਚ ਸਾਨੂੰ ਇਹ ਵੇਖਣਾ ਪੈਂਦਾ ਹੈ ਕਿ ਕਿਸੇ ਗਾਇਕ ਨੇ ਜੇਕਰ ਕਿਸੇ ਸ਼ਹੀਦ ਦਾ ਨਾਮ ਆਪਣੇ ਗੀਤ ਦੇ ਵਿੱਚ, ਖਾਸ ਕਰਕੇ ਇੱਕ ਐਸਟੈਬਲਿਸ਼ ਗਾਇਕ ਨੇ ਤੇ ਜਿਹਦੇ ਨਾਲ ਹੁਣ ਖਾਸ ਕਰਕੇ ਉਹਦੇ ਵਿਛੋੜੇ ਦੇ ਕਰਕੇ ਬਹੁਤ ਸਾਰੇ ਨੌਜਵਾਨਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਜੁੜੀਆਂ ਹੋਣ, ਤਾਂ ਸਾਨੂੰ ਇਹ ਵੇਖਣਾ ਪਵੇਗਾ ਕਿ ਉਹ ਅਪਰੋਚ ਜਿਹੜੀ ਹੈ ਉਹ ਬਹੁਤ ਵੱਡੀ ਹੋ ਜਾਂਦੀ ਹੈ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਜੇਕਰ ਅਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕਰੀਏ ਤਾਂ ਅੱਜ ਸਾਡਾ ਹਰ ਨੌਜਵਾਨ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਹੈ ਤੇ ਪਾਤਸ਼ਾਹੀ ਦਾਅਵੇ ਦੀ ਬਹੁਤ ਸਾਰੀ ਜਿਹੜੀ ਵਿਆਖਿਆ ਹੈ ਪੰਥ ਪ੍ਰਕਾਸ਼ ਜਿਹੜਾ ਰਤਨ ਸਿੰਘ ਭੰਗੂ ਦਾ ਉਹਦੇ ਵਿੱਚੋਂ ਸਰਦਾਰ ਹਰਬੰਸ ਸਿੰਘ ਵੀ ਕਰ ਚੁੱਕੇ ਸੀ, ਪ੍ਰੋਫੈਸਰ ਦਵਿੰਦਰ ਸਿੰਘ ਉਹਨਾਂ ਨੇ ਬਹੁਤ ਸੋਹਣੇ ਰੂਪ ਚ ਕੀਤੀ ਸੀ। ਪਰ ਉਹ ਕਿਤਾਬਾਂ ਦੀ ਜਿਹੜਾ ਪਾਠਕ ਵਰਗ ਹੈ ਬੜਾ ਸੀਮਤ ਹੁੰਦਾ ਹੈ। ਪਰ ਜਦੋਂ ਇਵੇਂ ਦੇ ਸੈਲੀਬ੍ਰਿਟੀ ਪੰਥ ਦੀਆਂ ਉਹਨਾਂ ਤੰਦਾਂ ਨੂੰ ਸਾਡੇ ਸਾਹਮਣੇ ਰੱਖਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਅਪਰੋਚ ਬਹੁਤ ਵੱਧ ਜਾਂਦੀ ਹੈ। ਹੁਣ ਮਿਸਾਲ ਦੇ ਤੌਰ ਤੇ ਵਿੱਚ ਇੱਕ ਤੁਸੀਂ ਛੋਟੀ ਜਿਹੀ ਉਦਾਹਰਨ ਲੈਣੀ ਹੋਵੇ ਤਾਂ ਜਿਹੜੀ ਟੈਸਲਾ ਦਾ ਮਾਲਕ ਹੈ ਈਲਨ ਮਸਕ, ਹੁਣ ਉਹਦੇ ਕੋਲ ਇਹ ਨਹੀਂ ਕਹਿ ਸਕਦੇ ਕਿ ਪੈਸੇ ਦੀ ਘਾਟ ਹੈ, ਪਰ ਫਿਰ ਵੀ ਉਸ ਨੇ ਸਮਾਜਿਕ ਮਾਧਿਅਮਾਂ ਦੇ ਉੱਪਰ ਕਾਬਜ ਹੋਣ ਦੇ ਵਾਸਤੇ ਟਵਿੱਟਰ ਨੂੰ ਖਰੀਦਿਆ। ਉਹਦਾ ਇੱਕੋ ਕਾਰਨ ਸੀ ਕਿ ਕਿਸ ਚੀਜ਼ ਦੀ ਅਪਰੋਚ ਜ਼ਿਆਦਾ ਹੈ। ਤੇ ਅੱਜ ਦੇ ਸਮੇਂ ਦੇ ਵਿੱਚ ਜੇਕਰ ਇਹਨਾਂ ਸਮਾਜਿਕ ਮਾਧਿਅਮਾਂ ਦੀ ਬਹੁਤ ਜ਼ਿਆਦਾ ਅਪਰੋਚ ਹੈ ਤਾਂ ਜਿਹੜੇ ਲੋਕਾਂ ਨੂੰ ਸੁਣਿਆ ਜਾਂਦਾ ਹੈ ਜਦੋਂ ਉਹ ਕਿਸੇ ਕੌਮੀਅਤ ਕਿਸੇ ਖਿੱਤੇ ਦੇ ਸੰਜੀਦਾ ਮਸਲਿਆਂ ਨੂੰ ਉਭਾਰਦੇ ਨੇ ਤਾਂ ਕਿਤੇ ਨਾ ਕਿਤੇ ਨੌਜਵਾਨੀ ਦੇ ਵਿੱਚ ਉਹ ਜਿਹੜੀ ਗੱਲ ਹੈ ਉਹ ਆਪਣੇ ਆਪ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਸੋ ਅਸੀਂ ਇਹ ਸੋਚਣਾ ਬੰਦ ਕਰ ਦਈਏ ਕਿ ਕਿਸੇ ਗਾਇਕ ਦੇ ਇਸ ਮੁੱਦੇ ਨੂੰ ਕਿਉਂ ਉਭਾਰਿਆ, ਕਿਸੇ ਕੋਨੇ ਮੋਨੇ ਨੇ ਕਿਉਂ ਉਭਾਰਿਆ। ਗੱਲ ਤਾਂ ਇਹ ਹੈ ਕਿ ਉਸ ਮੁੱਦੇ ਦੀ ਉਹ ਜਾਗਰੂਕਤਾ ਲੈ ਕੇ ਜੇਕਰ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਹੱਕਾਂ ਦੇ ਪ੍ਰਤੀ ਚੇਤਨ ਹੋਣ ਦਾ ਕੋਈ ਮੌਕਾ ਮਿਲਦਾ ਤਾਂ ਉਹਦੇ ਵਿੱਚ ਕੋਈ ਬੁਰਾਈ ਵੀ ਨਹੀਂ ਹੈ। ਸੋ ਇਹ ਜਿਹੜਾ ਗਾਣਾ ਮੈਂ ਪਹਿਲਾਂ ਵੀ ਆਰੰਭ ਦੇ ਵਿੱਚ ਕਿਹਾ ਸੀ, ਬੇਸ਼ੱਕ 4 ਮਿੰਟ ਦਾ ਗੀਤ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਵਿਆਖਿਆ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ, ਕਿਉਂਕਿ ਕੱਲੀ ਕੱਲੀ ਗੱਲ ਦੇ ਵਿੱਚ ਉਸਨੇ ਪਿਛੋਕੜ ਤੇ ਲਾਣੇ ਤੋਂ ਲੈ ਕੇ ਅਖੀਰ ਦੇ ਵਿੱਚ ਜਿਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਤੇ ਜਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਸ ਨੇ ਪੰਜਾਬ ਦੇ ਖਿੱਤੇ ਨੂੰ ਸਟੇਟ ਦੇ ਸਾਹਮਣੇ ਖੜਾ ਕਰਨ ਦਾ ਯਤਨ ਕੀਤਾ, ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।